ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ। ਅੱਜ ਦਾ ਆਪਣਾ ਕਥਾ ਵਿਚਾਰ ਦਾ ਵਿਸ਼ਾ ਕਿ ਸੰਤ ਮਹਾਂਪੁਰਖਾਂ ਮੁਤਾਬਿਕ ਜ਼ਿੰਦਗੀ ਵਿੱਚ ਇਹ ਇੱਕ ਨਿਯਮ ਬਣਾ ਲਵੋ, ਕਦੇ ਤੁਹਾਡੇ ਘਰ ਧਨ ਦੀ ਕਮੀ ਨਹੀਂ ਹੋਵੇਗੀ। ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ। ਇੱਕ ਵਾਰ ਦੀ ਗੱਲ ਹੈ, ਇੱਕ ਨਗਰ ਦੇ ਵਿੱਚ ਇੱਕ ਪੰਡਿਤ ਜੀ ਰਹਿੰਦੇ ਸਨ। ਬਹੁਤ ਨੇਕ ਸੁਭਾਅ ਦੇ ਮਾਲਕ ਸਨ। ਸਾਰੇ ਪਿੰਡ ਨਾਲ ਉਹਨਾਂ ਦੀ ਲਿਹਾਜ਼ ਸੀ। ਸਾਰੇ ਪਿੰਡ ਵਾਲਿਆਂ ਦੇ ਉਹ ਕੰਮ ਆਇਆ ਕਰਦੇ ਸਨ। ਹਰ ਇੱਕ ਨੂੰ ਚੰਗੀ ਰਾਏ ਦਿਆ ਕਰਦੇ ਸਨ। ਜਿਸ ਨੇ ਵੀ ਆਪਣੇ ਘਰ ਵਿੱਚ ਪੂਜਾ ਪਾਠ ਕਰਵਾਉਣਾ ਹੁੰਦਾ, ਉਹ ਪੰਡਿਤ ਜੀ ਨੂੰ ਲੈ ਜਾਂਦਾ ਤੇ ਪੰਡਿਤ ਜੀ ਨੂੰ ਜਿੰਨੀ ਮਰਜ਼ੀ ਦਾਨ ਦਕਸ਼ਨਾ ਦੇ ਦਿੰਦਾ। ਕਦੀ ਪੰਡਿਤ ਜੀ ਨੇ ਮੱਥੇ ਤੇ ਤਿਉੜੀ ਨਹੀਂ ਸੀ ਪਾਈ। ਉਹ ਜੋ ਮਿਲਦਾ ਪਰਮਾਤਮਾ ਦਾ ਨਾਮ ਲੈ ਕੇ ਘਰ ਲੈ ਆਉਂਦੇ। ਕਦੀ ਕਿਸੇ ਨੂੰ ਇਹ ਨਹੀਂ ਸੀ ਕਹਿੰਦੇ ਕਿ ਇਹ ਘੱਟ ਹੈ ਜਾਂ ਮੈਨੂੰ ਹੋਰ ਚਾਹੀਦਾ ਹੈ। ਜੋ ਵੀ ਮਿਲਦਾ ਉਹਦੇ 'ਚ ਪਰਮਾਤਮਾ ਦਾ ਸ਼ੁਕਰ ਕਰਦੇ। ਸਬਰ ਸ਼ੁਕਰ ਵਾਲੇ ਇਨਸਾਨ ਸਨ। ਉਹਨਾਂ ਦੇ 2 ਬੇਟੇ ਸਨ, ਇੱਕ ਬੇਟੀ ਸੀ ਤੇ ਪਰਿਵਾਰ ਵਿੱਚ ਉਹਨਾਂ ਦੀ ਘਰਵਾਲੀ ਅਤੇ ਮਾਂ ਪਿਓ ਵੀ ਸਨ। ਉਹਨਾਂ ਨੂੰ ਸਾਰਾ ਪਰਿਵਾਰ ਕਹਿੰਦਾ ਸੀ ਕਿ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ, ਗੁਜ਼ਰ ਬਸਰ ਆਪਣਾ ਬਹੁਤ ਔਖਾ ਹੈ ਤੇ ਤੁਸੀਂ ਦਾਨ ਦਕਸ਼ਨਾ ਕਹਿ ਕੇ ਮੰਗ ਲਿਆ ਕਰੋ, ਲੋਕਾਂ ਨੇ ਇਸ ਤਰ੍ਹਾਂ ਤੁਹਾਨੂੰ ਕੁਛ ਨਹੀਂ ਦੇਣਾ। ਪਰ ਸਬਰ ਸ਼ੁਕਰ ਵਾਲੇ ਪੰਡਿਤ ਜੀ ਦੇ ਉੱਤੇ ਕੋਈ ਫਰਕ ਨਹੀਂ ਪਿਆ। ਉਹ ਕਹਿੰਦੇ ਕੋਈ ਨਹੀਂ, ਜੋ ਪਰਮਾਤਮਾ ਦਿੰਦਾ ਹੈ ਉਹ ਬਹੁਤ ਕੁਛ ਦੇਖਦਾ ਹੈ, ਬਹੁਤ ਕੁਛ ਸੋਚ ਸਮਝ ਕੇ ਉਹ ਸਾਨੂੰ ਕੁਛ ਦਿੰਦਾ ਹੈ। ਪਰਿਵਾਰ ਦੀ ਹਾਲਤ ਬਦ ਤੋਂ ਬੱਤਰ ਹੁੰਦੀ ਗਈ। ਕਦੇ ਕਦੇ ਤਾਂ ਇਸ ਤਰ੍ਹਾਂ ਹੁੰਦਾ ਕਿ ਛੋਟੇ ਬੱਚੇ ਅਤੇ ਬਾਕੀ ਦਾ ਸਾਰਾ ਪਰਿਵਾਰ ਸਿਰਫ ਇੱਕ ਵਾਰ ਦਾ ਖਾਣਾ ਖਾਂਦੇ। ਕਈ ਵਾਰ ਰਾਤ ਨੂੰ ਭੁੱਖਿਆਂ ਸੌਣਾ ਪੈਂਦਾ। ਆਰਥਿਕ ਪੱਖ ਤੋਂ ਪੰਡਿਤ ਜੀ ਦਾ ਪਰਿਵਾਰ ਦਿਨ ਬ ਦਿਨ ਨਿਘਾਰ ਵੱਲ ਜਾ ਰਿਹਾ ਸੀ, ਪਰ ਪੰਡਿਤ ਜੀ ਨੇ ਕਦੇ ਵੀ ਕਿਸੇ ਤੋਂ ਮੰਗਿਆ ਨਹੀਂ ਕੁਛ ਵੀ। ਜਦੋਂ ਪਰਿਵਾਰ ਵਾਲੇ ਵੀ ਤਾਨੇ ਦੇਣ ਲੱਗ ਪਏ ਤੇ ਪਿੰਡ ਵਾਲਿਆਂ ਨੇ ਵੀ ਬਾਂਹ ਨਹੀਂ ਫੜੀ, ਤਾਂ ਇੱਕ ਦਿਨ ਪੰਡਿਤ ਜੀ ਨੇ ਸੋਚਿਆ ਕਿ ਇਸ ਤਰ੍ਹਾਂ ਕਰਦਾ ਹਾਂ, ਮੈਂ ਇਸ ਜਹਾਨ ਤੋਂ ਰੁਖਸਤ ਹੋ ਜਾਂਦਾ ਹਾਂ। ਆਪਣੇ ਮਨ ਦੇ ਨਾਲ ਇਸ ਜਹਾਨ ਤੋਂ ਰੁਖਸਤ ਹੋਣ ਦੀ ਸਲਾਹ ਕਰਕੇ ਪੰਡਿਤ ਜੀ ਆਪਣੀ ਘਰਵਾਲੀ ਨੂੰ ਕਹਿੰਦੇ ਨੇ ਕਿ ਜੇ ਕੁਝ ਖਾਣ ਲਈ ਬਣਿਆ ਹੈ ਤਾਂ ਮੈਨੂੰ ਦੇ ਦੇ, ਫਿਰ ਮੈਂ ਅੱਜ ਦੂਰ ਜਾਣਾ ਹੈ ਕਿਤੇ। ਉਹ ਕਹਿੰਦੀ ਕਿ ਕੁਛ ਵੀ ਨਹੀਂ ਕਰੇ, ਆਟਾ ਨਹੀਂ ਹੈ, ਰੋਟੀ ਕਿੱਥੋਂ ਬਣਾਵਾਂ, ਬਾਲਣ ਨਹੀਂ ਹੈ, ਸਬਜ਼ੀ ਕਿਵੇਂ ਤਿਆਰ ਕਰਾਂ, ਘਰੇ ਕੱਚੀ ਦਾਲ ਜ਼ਰੂਰ ਹੈ, ਜੇ ਉਸ ਨਾਲ ਗੁਜ਼ਾਰਾ ਹੋ ਸਕਦਾ ਤਾਂ ਦੇਖ ਲਓ। ਉਹ ਕਹਿੰਦਾ ਠੀਕ ਹੈ, ਤੁਸੀਂ ਮੈਨੂੰ 1 ਕਿਲੋ ਕੱਚੀ ਦਾਲ ਦੇ ਦਿਓ, ਮੈਂ ਰਸਤੇ ਵਿੱਚੋਂ ਆਪੇ ਕੋਈ ਨਾ ਕੋਈ ਤਰੀਕੇ ਨਾਲ ਪ੍ਰਬੰਧ ਕਰਕੇ ਇਸ ਨੂੰ ਪਕਾ ਕੇ ਖਾ ਲਵਾਂਗਾ। ਉਸ ਦੀ ਘਰਵਾਲੀ ਨੇ ਉਸ ਨੂੰ 1 ਕਿਲੋ ਦਾਲ ਬੰਨ੍ਹ ਤਾਂ ਦਿੱਤੀ, ਪਰ ਉਸਨੇ ਵੀ ਮਨ ਬਹੁਤ ਭਾਰਾ ਕੀਤਾ ਕਿ ਅੱਜ ਇੰਨੀ ਮਾੜੀ ਹਾਲਤ ਹੋ ਗਈ ਹੈ ਕਿ ਮੈਂ ਦਾਲ ਪਕਾ ਕੇ ਵੀ ਨਹੀਂ ਦੇ ਸਕਦੀ, ਕੁਛ ਨਾਲ ਖਾਣ ਨੂੰ ਵੀ ਨਹੀਂ ਦੇ ਸਕਦੀ। ਖੈਰ, ਪੰਡਿਤ ਜੀ ਉਹ ਪੋਟਲੀ ਲੈ ਕੇ ਤੁਰ ਪਏ। ਉਹ ਨਦੀ ਦੇ ਕਿਨਾਰੇ ਉਹਨਾਂ ਨੂੰ ਕੁਛ ਬਾਲਣ ਮਿਲ ਗਿਆ। ਉਹਨਾਂ ਨੇ ਉੱਥੇ ਪਾਣੀ ਪਾ ਕੇ ਦਾਲ ਨੂੰ ਪਕਾ ਲਿਆ। ਕੁਛ ਦਾਲ ਉਹਨਾਂ ਨੇ ਪਕਾ ਲਈ ਤੇ ਕੁਛ ਕੱਚੀ ਉਹਨਾਂ ਨੇ ਕੋਲ ਰੱਖ ਲਈ। ਜਦੋਂ ਉਹ ਪਕਾਈ ਹੋਈ ਦਾਲ ਨੂੰ ਖਾ ਰਹੇ ਸੀ ਤਾਂ ਕੁਛ ਪਰਿੰਦੇ ਉਹਨਾਂ ਦੇ ਕੋਲ ਆ ਗਏ। ਉਹਨਾਂ ਨੇ ਕੱਚੀ ਦਾਲ ਉਹਨਾਂ ਨੂੰ ਪਾ ਦਿੱਤੀ ਤੇ ਇਸ ਤੋਂ ਬਾਅਦ ਉਹਨਾਂ ਨੇ ਫੈਸਲਾ ਕਰ ਲਿਆ ਕਿ ਹੁਣ ਮੈਂ ਇਸ ਨਹਿਰ ਦੇ ਵਿੱਚ ਛਾਲ ਮਾਰ ਦਿੰਦਾ ਹਾਂ, ਇਸ ਨਦੀ ਦੇ ਵਿੱਚ ਛਾਲ ਮਾਰ ਕੇ ਮੈਂ ਪ੍ਰਾਣ ਤਿਆਗ ਦਿੰਦਾ ਹਾਂ। ਪਰ ਇਸ ਤੋਂ ਪਹਿਲਾਂ ਉੱਥੇ ਇੱਕ ਫਕੀਰ ਜੀ ਆ ਗਏ, ਇੱਕ ਸੰਤ ਜੀ। ਉਹਨਾਂ ਨੇ ਉਸ ਨੂੰ ਪੁੱਛਿਆ ਕਿ ਭਾਈ ਇਹ ਕੀ ਕਰਨ ਲੱਗਾ ਹੈ? ਤਾਂ ਪੰਡਿਤ ਜੀ ਨੇ ਸਾਰੀ ਕਹਾਣੀ ਦੱਸ ਦਿੱਤੀ ਕਿ ਮੇਰੇ ਨਾਲ ਕੀ ਕੁਛ ਵਾਪਰ ਰਿਹਾ ਹੈ, ਕਿਵੇਂ ਮੈਂ ਬੁਰੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹਾਂ। ਸਾਰੀ ਗੱਲਬਾਤ ਸੁਣ ਕੇ ਫਕੀਰ ਜੀ ਕਹਿੰਦੇ ਕਿ ਦੇਖ ਭਾਈ, ਪੰਡਿਤ ਹੈ ਤੂੰ, ਸਾਰੀ ਉਮਰ ਪ੍ਰਮਾਤਮਾ ਦੇ ਨਾਮ ਨਾਲ ਲੱਗਿਆ ਰਿਹਾ ਹੈ, ਤੈਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਆਪਣੀ ਜ਼ਿੰਦਗੀ ਤੋਂ ਖੁਦ ਹੱਥ ਧੋ ਲੈਣੇ ਇਹ ਕਾਇਰ ਬੰਦਿਆਂ ਦੀ ਨਿਸ਼ਾਨੀ ਹੈ। ਜੇ ਇੱਕ ਸੱਚਾ ਪੰਡਿਤ ਇਸ ਤਰ੍ਹਾਂ ਕਰਦਾ ਹੈ ਤਾਂ ਇਹ ਬਹੁਤ ਬੁਰੀ ਗੱਲ ਹੈ। ਜਾਂ ਤਾਂ ਫਿਰ ਤੂੰ ਸੱਚਾ ਪੰਡਿਤ ਨਹੀਂ, ਜਾਂ ਫਿਰ ਤੂੰ ਸਿਰਫ ਲੋਕਾਂ ਦੇ ਲਈ ਪਾਠ ਪੂਜਾ ਕਰਦਾ ਰਿਹਾ, ਤੂੰ ਆਪ ਕਦੀ ਕੁਛ ਨਹੀਂ ਸਿੱਖਿਆ। ਇਹ ਗੱਲ ਸੁਣ ਕੇ ਪੰਡਿਤ ਜੀ ਨੂੰ ਇੱਕਦਮ ਝਟਕਾ ਜਿਹਾ ਲੱਗਿਆ। ਉਹਨਾਂ ਨੂੰ ਬੁਰਾ ਵੀ ਮਹਿਸੂਸ ਹੋਇਆ। ਫਿਰ ਉਹ ਫਕੀਰ ਜੀ ਦੇ ਕੋਲ ਆ ਗਏ। ਉਹ ਕਹਿੰਦੇ ਚਲੋ ਠੀਕ ਹੈ, ਮੈਂ ਤੁਹਾਡੀ ਗੱਲ ਮੰਨ ਲੈਂਦਾ ਹਾਂ, ਮੈਂ ਪ੍ਰਾਣ ਨਹੀਂ ਤਿਆਗਦਾ, ਮੈਂ ਖੁਦ ਕੋਸ਼ਿਸ਼ ਨਹੀਂ ਕਰਦਾ, ਮੈਂ ਪ੍ਰਮਾਤਮਾ ਦਾ ਜਿਹੜਾ ਨਾਮ ਜਪਿਆ ਹੈ, ਮੈਂ ਪੜ੍ਹਿਆ ਹੈ, ਮੈਂ ਵਿਚਾਰਿਆ ਵੀ ਹੈ, ਪਰ ਦਿੱਕਤ ਇਹ ਹੈ ਕਿ ਮੈਂ ਆਪਣੇ ਭੁੱਖੇ ਬੱਚਿਆਂ ਨੂੰ, ਭੁੱਖੇ ਮਾਪਿਆਂ ਨੂੰ, ਆਪਣੀ ਘਰਵਾਲੀ ਨੂੰ ਭੁੱਖਿਆਂ ਵਿਲਕਦਾ ਨਹੀਂ ਦੇਖ ਸਕਦਾ। ਕੀ ਤੁਸੀਂ ਮੈਨੂੰ ਕੋਈ ਹੋਰ ਹੱਲ ਦੱਸ ਸਕਦੇ ਹੋ, ਕੋਈ ਜੁਗਤ ਦੱਸ ਸਕਦੇ ਹੋ? ਜੇ ਤੁਹਾਡੇ ਕੋਲੇ ਕੁਛ ਮੈਨੂੰ ਦੇਣ ਲਈ ਹੈ ਢੰਗ ਤਰੀਕਾ ਤਾਂ ਮੈਨੂੰ ਦੱਸੋ। ਮੈਂ ਜ਼ਿੰਦਗੀ ਤੋਂ ਨਹੀਂ ਭੱਜ ਰਿਹਾ, ਪਰ ਮੇਰੇ ਤੋਂ ਬੱਚਿਆਂ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ। ਮੈਂ ਖੁਦ ਭੁੱਖਾ ਰਹਿ ਸਕਦਾ ਹਾਂ, ਮੈਂ ਖੁਦ ਜ਼ਿੰਦਗੀ ਦੇ ਨਾਲ ਝਗੜ ਸਕਦਾ ਹਾਂ, ਲੜ ਸਕਦਾ ਹਾਂ, ਪਰ ਪਰਿਵਾਰ ਨੂੰ ਨਾਲ ਲੈ ਕੇ ਕਿਵੇਂ ਲੜਾਂ, ਤੁਸੀਂ ਖੁਦ ਦੱਸੋ। ਫਕੀਰ ਜੀ ਨੇ ਉਹਨਾਂ ਦੀ ਸਾਰੀ ਵਿਥਿਆ ਸੁਣੀ ਤੇ ਕਹਿੰਦੇ ਦੇਖ ਭਾਈ, ਮੈਂ ਤੈਨੂੰ 3 ਨੁਕਤੇ ਦੱਸਦਾ ਹਾਂ, ਇਹ ਤੂੰ ਪੱਲੇ ਬੰਨ੍ਹ ਲੈ। ਸਭ ਤੋਂ ਪਹਿਲਾ ਨੁਕਤਾ ਤਾਂ ਇਹ ਹੈ ਕਿ ਜਦੋਂ ਵੀ 10 ਬੰਦੇ ਤੈਨੂੰ ਕੋਈ ਕੰਮ ਕਹਿ ਰਹੇ ਹੋਣ, 10 ਬੰਦਿਆਂ ਦੀ ਆਵਾਜ਼ ਇੱਕੋ ਹੋਵੇ, ਤੈਨੂੰ ਇੱਕ ਕੰਮ ਕਰਨ ਲਈ ਕਹਿ ਰਹੇ ਹੋਣ,
ਉਸ ਤੋਂ ਮੁਨਕਰ ਨਾ ਹੋਈ, ਉਹ ਕੰਮ ਜ਼ਰੂਰ ਕਰੀ, ਹਰ ਹਾਲਤ ਦੇ ਵਿੱਚ ਕਰੀ, ਉਹਨਾਂ ਨੂੰ ਕਦੀ ਮਨਾ ਨਾ ਕਰੀ। ਉਹ ਕਹਿੰਦਾ ਜੀ ਠੀਕ ਹੈ। ਦੂਜਾ ਕੰਮ ਦੱਸੋ ਜੀ। ਫਕੀਰ ਜੀ ਕਹਿੰਦੇ ਕਿ ਦੂਜਾ ਕੰਮ ਇਹ ਹੈ ਕਿ ਸਾਰਾ ਕੁਝ ਆਪਣੀ ਘਰਵਾਲੀ ਨੂੰ ਸੱਚ ਸੱਚ ਨਾ ਦੱਸੀ, ਕਿਸੇ ਵੀ ਗੱਲ ਦਾ ਝੂਠ ਫਰੇਬ ਪਰਦਾ ਤਾਂ ਨਾ ਪਾਈ, ਪਰ ਕਈ ਵਾਰੀ ਕੋਈ ਗੱਲ ਹੁੰਦੀ ਉੱਥੇ ਓਲਾ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ। ਸੋ ਜਿੱਥੇ ਤੈਨੂੰ ਲੱਗੇ ਕਿ ਇਹ ਗੱਲ ਮਹੱਤਵਪੂਰਨ ਹੈ, ਜ਼ਰੂਰੀ ਹੈ, ਉੱਥੇ ਥੋੜ੍ਹਾ ਜਿਹਾ ਓਲਾ ਛਿਪਾ ਪਰਦਾ ਜ਼ਰੂਰ ਰੱਖ ਲਵੇ। ਉਹ ਕਹਿੰਦਾ ਜੀ ਠੀਕ ਹੈ, ਵੈਸੇ ਤਾਂ ਮੇਰੇ ਤੋਂ ਨਹੀਂ ਹੋਣਾ, ਪਰ ਜੇ ਤੁਸੀਂ ਮੈਨੂੰ ਦੱਸ ਦਿਓ ਕਿ ਇਹ ਇੱਕ ਨੁਕਤਾ ਚੰਗੀ ਜ਼ਿੰਦਗੀ ਜਿਉਂਦਾ ਤਾਂ ਮੈਂ ਜ਼ਰੂਰ ਅਪਣਾ ਲਵਾਂਗਾ। ਇੱਕ ਵਾਰੀ ਅਪਣਾ ਕੇ ਮੈਂ ਸੱਟੇ ਦੇਖ ਲਵਾਂਗਾ ਨਤੀਜੇ ਕੀ ਨਿਕਲਦੇ ਹਨ। ਅਤੇ ਤੀਜਾ ਨੁਕਤਾ ਦੱਸੋ ਸੰਤ ਜੀ। ਤਾਂ ਸੰਤ ਜੀ ਕਹਿੰਦੇ ਨੇ ਕਿ ਦੇਖ ਭਾਈ ਪੰਡਤ ਜੀ, ਤੀਜੀ ਗੱਲ ਇਹ ਕਿ ਜਿਹੜਾ ਤੁਹਾਡੇ ਇਲਾਕੇ ਦਾ ਰਾਜਾ ਹੈ, ਸ਼ਾਸਕ ਹੈ, ਕੁਛ ਵੀ ਹੋ ਜਾਵੇ ਉਹਨੂੰ ਕਦੇ ਝੂਠ ਨਾ ਬੋਲਣਾ, ਉਹਨੂੰ ਸੱਚ ਸੱਚ ਦੱਸਣਾ। ਕਦੀ ਵੀ ਬੰਦੇ 'ਤੇ ਮੁਸੀਬਤ ਦੀ ਘੜੀ ਆਣ ਪਵੇ ਨਾ, ਕਿ ਜਦੋਂ ਰਾਜ ਦਰਬਾਰ ਪੇਸ਼ੀ ਹੋਵੇ, ਉਦੋਂ ਕਦੀ ਝੂਠ ਦਾ ਸਹਾਰਾ ਨਾ ਲਈ, ਉਦੋਂ ਜੋ ਵੀ ਗੱਲ ਹੋਵੇ ਸੱਚ ਸੱਚ ਦੱਸ ਦੇਵੇ। ਕਹਿੰਦਾ ਠੀਕ ਹੈ ਜੀ। ਇੰਨੀ ਗੱਲਬਾਤ ਉਹ ਕਰ ਰਹੇ ਹੁੰਦੇ ਤਾਂ ਥੋੜ੍ਹੀ ਦੂਰ ਉਹਨਾਂ ਨੂੰ ਸ਼ੋਰ ਸੁਣਾਈ ਦਿੰਦਾ। ਫਕੀਰ ਜੀ ਤਾਂ ਉੱਥੋਂ ਆਪਣੇ ਰਸਤੇ ਚਲੇ ਜਾਂਦੇ ਨੇ, ਪਰ ਪੰਡਤ ਜੀ ਉਸ ਸ਼ੋਰ ਵੱਲ ਚਲੇ ਜਾਂਦੇ ਨੇ। ਪੰਡਤ ਜੀ ਅੱਗੇ ਵੱਧ ਕੇ ਦੇਖਦੇ ਨੇ, ਉਹ ਕੀ ਦੇਖਦੇ ਨੇ ਕਿ ਕਾਫੀ ਸਾਰੇ ਲੋਕ ਉੱਥੇ ਇਕੱਠੇ ਹੋਏ ਹੁੰਦੇ ਨੇ। ਇੱਕ ਇਨਸਾਨ ਦੀ ਉੱਥੇ ਲਾਸ਼ ਪਈ ਹੁੰਦੀ ਹੈ। ਉਹ ਉਡੀਕ ਰਹੇ ਹੁੰਦੇ ਨੇ ਕਿ ਕੋਈ ਆਵੇ ਅਤੇ ਉਸ ਦੀਆਂ ਅੰਤਿਮ ਕਿਰਿਆਵਾਂ ਕੀਤੀਆਂ ਜਾਣ। ਪੰਡਤ ਜੀ ਪੁੱਛਦੇ ਨੇ ਕੀ ਹੋਇਆ, ਤਾਂ ਸਾਰੇ ਲੋਕ ਕਹਿੰਦੇ ਨੇ ਕਿ ਇਹ ਇੱਕ ਸਾਡੇ ਪਿੰਡ ਦਾ ਨੇਕ ਇਨਸਾਨ ਹੈ, ਇਸ ਦੀ ਮ੍ਰਿਤਿੂ ਹੋ ਗਈ ਹੈ, ਇਸ ਦੇ ਅੱਗੇ ਪਿੱਛੇ ਕੋਈ ਨਹੀਂ, ਕੋਈ ਇਸ ਦਾ ਵਾਲੀ ਵਾਰਸ ਨਹੀਂ, ਅਤੇ ਪੰਡਤ ਜੀ ਤੁਸੀਂ ਇਸ ਦੀਆਂ ਅੰਤਿਮ ਕਿਰਿਆਵਾਂ ਕਰਵਾ ਦਿਓ। ਅਸੀਂ ਸਾਰੇ ਪਿੰਡ ਵਾਸੀ ਰਲ ਕੇ ਜੋ ਵੀ ਤੁਹਾਡੀ ਦਾਨ ਦਕਸ਼ਨਾ ਬਣਦੀ ਹੋਵੇਗੀ ਉਸ ਤੋਂ ਕੁਛ ਵੱਧ ਹੀ ਦਿਆਂਗੇ, ਸੋ ਸਾਡੇ 'ਤੇ ਇੰਨੀ ਕੁ ਕਿਰਪਾ ਕਰਕੇ ਸਾਡੀ ਮਦਦ ਕਰ ਦਿਓ। ਪੰਡਤ ਜੀ ਕਹਿੰਦੇ ਠੀਕ ਹੈ। ਪੰਡਤ ਜੀ ਅੰਤਿਮ ਕਿਰਿਆਵਾਂ ਦੀ ਤਿਆਰੀ ਕਰਵਾਉਣ ਲੱਗਦੇ ਨੇ ਅਤੇ ਸਾਰੇ ਪਿੰਡ ਵਾਲੇ ਪਿੱਛੇ ਹੋ ਜਾਂਦੇ ਨੇ। ਅਤੇ ਜਦੋਂ ਪੰਡਤ ਜੀ ਉਸ ਬੰਦੇ ਨੂੰ ਨੁਹਾਰ ਰਹੇ ਹੁੰਦੇ ਨੇ ਤਾਂ ਪਿੰਡ ਦਾ ਸਰਪੰਚ, ਪਿੰਡ ਦਾ ਚੌਧਰੀ ਕੋਲ ਆ ਕੇ ਖੜਾ ਹੁੰਦਾ ਹੈ। ਉਹ ਪੰਡਤ ਜੀ ਦੇਖਦੇ ਨੇ ਕਿ ਉਸ ਦੀ ਧੋਤੀ ਦੇ ਨਾਲ ਇੱਕ ਪੋਟਲੀ ਬੰਨੀ ਹੁੰਦੀ ਹੈ, ਉਸ ਦੇ ਵਿੱਚ ਸੋਨੇ ਦੀਆਂ ਮੋਹਰਾਂ ਹੁੰਦੀਆਂ ਨੇ। ਪੰਡਤ ਜੀ ਖੁਦ ਖੋਲ੍ਹ ਕੇ ਉਸ ਸਰਪੰਚ ਨੂੰ ਫੜਾ ਦਿੰਦੇ ਨੇ, ਉਸ ਚੌਧਰੀ ਨੂੰ ਦੇ ਦਿੰਦੇ ਨੇ, ਪਰ ਚੌਧਰੀ ਕਹਿੰਦੇ ਨੇ ਕਿ ਨਹੀਂ ਪੰਡਤ ਜੀ, ਇਸ ਦੇ ਉੱਪਰ ਤੁਹਾਡਾ ਹੱਕ ਹੈ। ਉਹ ਮੋਹਰਾਂ ਦੀ ਪੋਟਲੀ ਪੰਡਤ ਜੀ ਕੋਲ ਰੱਖ ਦਿੰਦੇ ਨੇ। ਅੰਤਿਮ ਕਿਰਿਆਵਾਂ ਕਰਵਾ ਕੇ ਆਪਣੇ ਘਰ ਨੂੰ ਜਾਣ ਲੱਗਦੇ ਨੇ ਤਾਂ ਉਹ ਵੀ ਸਾਰੇ ਪਿੰਡ ਵਾਸੀ ਉਹਨਾਂ ਨੂੰ ਦਾਨ ਦਕਸ਼ਨਾ ਦਾ ਇਕੱਠਾ ਕੀਤਾ ਹੋਇਆ ਧਨ ਪੰਡਤ ਜੀ ਨੂੰ ਦੇ ਦਿੰਦੇ ਨੇ। ਪੰਡਤ ਜੀ ਧਨ ਲੈ ਕੇ ਘਰ ਆ ਜਾਂਦੇ ਨੇ। ਉਹਨਾਂ ਦਾ ਜੀਵਨ ਜਿਹੜਾ ਗੁਜ਼ਰ ਬਸਰ ਹੈ ਉਹ ਸੌਖਾ ਬਤੀਤ ਹੋਣ ਲੱਗ ਪੈਂਦਾ ਹੈ। ਥੋੜ੍ਹੇ ਦਿਨਾਂ ਬਾਅਦ ਉਹਨਾਂ ਦੇ ਆਂਢ ਗੁਆਂਢ ਦੇ ਲੋਕ ਉਹਨਾਂ ਪ੍ਰਤੀ ਜਿਹੜੇ ਈਰਖਾਲੂ ਹੁੰਦੇ ਨੇ, ਉਹ ਪਤਾ ਕਰਦੇ ਨੇ ਕਿ ਪੰਡਤ ਜੀ ਦੇ ਹੱਥ ਕਿਹੜੀ ਬੂਟੀ ਆਈ ਹੈ। ਇੱਕ ਦਿਨ ਉਹ ਪੰਡਤ ਜੀ ਦੇ ਘਰੇ ਆਉਂਦੇ ਨੇ। ਜਦੋਂ ਪੰਡਤ ਜੀ ਘਰ ਨਹੀਂ ਹੁੰਦੇ, ਉਸਦੀ ਘਰਵਾਲੀ ਨੂੰ ਆ ਕੇ ਪੁੱਛਦੇ ਨੇ ਕਿ ਤੁਹਾਡੇ ਕੋਲੇ ਖਜ਼ਾਨਾ ਕਿੱਥੋਂ ਆਇਆ ਹੈ। ਉਹ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕਿ ਸਾਡਾ ਗੁਜ਼ਰ ਬਸਰ ਆਸਾਨ ਕਿੱਥੋਂ ਹੋਇਆ ਹੈ, ਮੈਂ ਸ਼ਾਮ ਨੂੰ ਤੁਹਾਨੂੰ ਆਪਦੇ ਪਤੀ ਤੋਂ ਪੁੱਛ ਕੇ ਦੱਸ ਦਿਆਂਗੀ। ਜਦੋਂ ਸ਼ਾਮ ਨੂੰ ਪੰਡਤ ਜੀ ਘਰ ਆਉਂਦੇ ਨੇ ਤਾਂ ਉਹਨਾਂ ਦੀ ਘਰਵਾਲੀ ਇਹ ਨਹੀਂ ਦੱਸਦੀ ਕਿ ਆਂਢ ਗੁਆਂਢ ਨੇ ਪੁੱਛਿਆ ਹੈ, ਪਰ ਉਹ ਸਵਾਲ ਰੱਖ ਦਿੰਦੀ ਹੈ। ਪੰਡਤ ਜੀ ਕਹਿੰਦੇ ਕਿ ਮੈਂ ਨਹਿਰ ਦੇ ਕੰਢੇ ਬੈਠ ਕੇ ਜਿੱਥੇ ਦਾਲ ਖਾਧੀ ਸੀ ਨਾ, ਉੱਥੇ ਮੈਂ ਕੁਛ ਦਾਲ ਪਰਿੰਦਿਆਂ ਨੂੰ ਪਾ ਦਿੱਤੀ। ਇਸੇ ਗੱਲ ਤੋਂ ਨਹਿਰ ਖੁਸ਼ ਹੋ ਗਈ ਤੇ ਉਸਨੇ ਮੈਨੂੰ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਦੇ ਦਿੱਤੀ। ਇਹੀ ਗੱਲ ਪੰਡਤ ਜੀ ਦੀ ਘਰਵਾਲੀ ਨੇ ਇਨ ਬਿਨ ਆਪਣੇ ਗੁਆਂਢ ਵਿੱਚ ਦੱਸ ਦਿੱਤੀ। ਫਿਰ ਸਾਰੇ ਗੁਆਂਢੀਆਂ ਨੇ ਕੀ ਕੀਤਾ ਕਿ ਅਗਲੇ ਦਿਨ ਉਹਨਾਂ ਨੇ 1 ਕਿਲੋ ਦੀ ਥਾਂ ਤੇ 4-4, 5-5 ਕਿਲੋ ਦਾਲ ਘਰੋਂ ਉਹਨਾਂ ਨੇ ਬੰਨ੍ਹ ਕੇ ਉਸੇ ਨਹਿਰ ਦੇ ਕੰਢੇ ਜਾ ਕੇ ਖਾ ਲਈ। ਪਰਿੰਦਿਆਂ ਨੂੰ ਉਹਨਾਂ ਨੇ ਥੋੜ੍ਹੀ ਥੋੜ੍ਹੀ ਪਾਈ ਤੇ ਆਪ ਜ਼ਿਆਦੀ ਦਾਲ ਖਾ ਲਈ। ਹੁਣ ਇਹ ਜ਼ਿਆਦੀ ਦਾਲ ਖਾਣ ਦੇ ਕਾਰਨ ਬਹੁਤਿਆਂ ਨੂੰ ਹਜਮ ਨਹੀਂ ਹੋਈ ਤੇ ਵਿੱਚੋਂ 2-3 ਜਾਣਿਆਂ ਦੀ ਮੌਤ ਹੋ ਗਈ। ਹੁਣ ਇਹ ਮੁਕੱਦਮਾ ਫਿਰ ਪੰਡਤ ਜੀ ਦੀ ਘਰਵਾਲੀ ਤੇ ਪੰਡਤ ਜੀ ਤੇ ਬਣ ਗਿਆ। ਜਦੋਂ ਰਾਜੇ ਦੇ ਦਰਬਾਰ ਪੇਸ਼ੀ ਹੋਈ ਤਾਂ ਪੰਡਤ ਜੀ ਨੇ ਸਾਰਾ ਕੁਝ ਸੱਚ-ਸੱਚ ਬਿਆਨ ਕਰ ਦਿੱਤਾ। ਪੰਡਤ ਜੀ ਦੇ ਹੱਕ ਵਿੱਚ ਉਹ ਲੋਕ ਵੀ ਭੁਗਤੇ ਜਿਨ੍ਹਾਂ ਦੇ ਆਖੇ ਲੱਗ ਕੇ ਪੰਡਤ ਜੀ ਨੇ ਇੱਕ ਇਨਸਾਨ ਦੀਆਂ ਅੰਤਿਮ ਰਸਮਾਂ ਕਰਵਾਈਆਂ ਸਨ। ਰਾਜੇ ਨੂੰ ਬਹੁਤ ਵਧੀਆ ਲੱਗਿਆ ਕਿ ਪੰਡਤ ਤਾਂ ਨੇਕ ਪਾਕ ਇਨਸਾਨ ਹੈ। ਪੰਡਤ ਨੂੰ ਪੋਟਲੀ ਮਿਲੀ ਸੀ ਤਾਂ ਉਸਨੇ ਸਭ ਤੋਂ ਪਹਿਲਾਂ ਚੌਧਰੀ ਦੇ ਹੱਥ ਰੱਖ ਦਿੱਤੀ ਸੀ। ਰਾਜੇ ਨੇ ਪੰਡਤ ਜੀ ਨੂੰ ਬਾ ਇੱਜ਼ਤ ਬਰੀ ਕੀਤਾ ਤੇ ਨਾਲ ਹੀ ਆਪਣੇ ਦਰਬਾਰ ਵਿੱਚ ਸ਼ਾਹੀ ਪੰਡਤ ਦੀ ਪੱਕੀ ਨੌਕਰੀ ਵੀ ਦੇ ਦਿੱਤੀ। ਸੋ ਇਸ ਤੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ? ਇਸ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਜਿਵੇਂ ਉਸ ਪੰਡਤ ਜੀ ਨੇ ਉਸ ਸੰਤ ਫਕੀਰ ਦੀਆਂ ਤਿੰਨੇ ਗੱਲਾਂ ਮੰਨ ਲਈਆਂ। ਸਭ ਤੋਂ ਪਹਿਲੀ ਤਾਂ ਇਹ ਕਿ ਜਦੋਂ ਉਹਨਾਂ ਨੂੰ ਇੱਕ ਇਕੱਠ ਨੇ ਕਿਹਾ ਸੀ ਕਿ ਇੱਕ ਇਨਸਾਨ ਦੀਆਂ ਅੰਤਿਮ ਕਿਰਿਆਵਾਂ ਕਰਵਾ ਦਿਓ ਤਾਂ ਪੰਡਤ ਜੀ ਨੇ ਆਖੇ ਲੱਗ ਕੇ ਕਰਵਾ ਦਿੱਤੀਆਂ। ਦੂਜਾ, ਉਸਨੇ ਆਪਣੀ ਘਰਵਾਲੀ ਤੋਂ ਥੋੜ੍ਹਾ ਜਿਹਾ ਉਲਾ ਛਿਪਾ ਰੱਖਿਆ ਸੀ। ਅਤੇ ਤੀਜਾ, ਰਾਜੇ ਦੇ ਦਰਬਾਰ ਉਹਨਾਂ ਨੇ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਸੀ। ਸੋ ਇਸੇ ਤਰ੍ਹਾਂ ਇੱਕ ਇਨਸਾਨ ਜੇ ਆਪਣੇ ਵੱਡਿਆਂ ਦੀਆਂ, ਗੁਰੂਆਂ, ਪੀਰਾਂ ਦੀਆਂ, ਫਕੀਰਾਂ ਦੀਆਂ, ਆਪਣੇ ਬਜ਼ੁਰਗਾਂ ਦੀਆਂ ਸਾਰੀਆਂ ਗੱਲਾਂ ਨੂੰ ਮੰਨ ਲਵੇ ਤਾਂ ਉਸ ਦਾ ਜੀਵਨ ਬਿਹਤਰ ਹੋਵੇਗਾ। ਬਹੁਤੀ ਵਾਰ ਹੁੰਦਾ ਕੀ ਹੈ ਕਿ ਅਸੀਂ ਗੱਲਾਂ ਮੰਨਦੇ ਨਹੀਂ, ਅਸੀਂ ਤਰਕ ਕਰਨ ਲੱਗ ਪੈਂਦੇ ਹਾਂ ਕਿ ਨਹੀਂ ਆਹ ਇੰਜ ਨਹੀਂ ਹੋ ਸਕਦਾ, ਇਹਨਾਂ ਨੂੰ ਪਤਾ ਨਹੀਂ, ਇਹ ਸਾਡੇ ਤੋਂ ਜ਼ਿਆਦੀ ਉਮਰ ਤੇ ਜ਼ਰੂਰ ਨੇ ਪਰ ਇਹਨਾਂ ਨੂੰ ਸਾਡੇ ਜਿੰਨਾ ਤਜਰਬਾ ਨਹੀਂ। ਜਦੋਂ ਆਪਾਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਅਸੀਂ ਉਸੇ ਉਧੇੜਪੁਣ ਦੇ ਵਿੱਚ ਉਲਝੇ ਰਹਿ ਜਾਂਦੇ ਹਾਂ। ਸੋ ਬਿਹਤਰ ਇਹੀ ਹੈ ਕਿ ਅਸੀਂ ਆਪਣੇ ਵੱਡਿਆਂ ਦੀਆਂ ਗੱਲਾਂ ਨੂੰ ਮੰਨ ਕੇ ਉਹਨਾਂ ਨੂੰ ਪੱਲੇ ਬੰਨ੍ਹ ਲਈਏ ਤੇ ਆਪਣੇ ਜੀਵਨ ਦੇ ਵਿੱਚ ਅਮਲ ਦੇ ਵਿੱਚ ਲੈ ਆਈਏ ਤਾਂ ਸਾਡਾ ਜੀਵਨ ਆਪੇ ਹੀ ਬਿਹਤਰ ਹੋ ਜਾਵੇਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਜੇਕਰ ਕੋਈ ਤੁਹਾਡਾ ਸੁਝਾਅ ਹੈ ਤਾਂ ਤੁਸੀਂ ਉਹ ਵੀ ਸਾਨੂੰ ਕਹਿ ਸਕਦੇ ਹੋ।